Good morning, students. Today we are going to do alliteration, continuing with the literary terms. Alliteration means the repetition of the initial sounds in a sequence of words. It generally refers to repeated consonant sounds, but has also been used by some critics to refer to repeated vowel sounds. Alliteration was especially important in Old English verse, establishing the rhythm and structure of the poetic line. The poets used alliteration to create powerful musical effects and to highlight key words, concepts, and relationships. Densely alliterative utterances are sometimes difficult to pronounce and are called tongue twisters. ਐਲੀਟਰੇਸ਼ਨ ਮੇਰੇ ਖਿਆਲ ਜੇ ਤੁਹਾਨੂੰ ਸਮਝ ਆ ਗਿਆ ਹੋਵੇ ਤਾਂ ਇਹ ਕਿਸੇ ਵੀ ਪੋਇਮ ਦੇ ਵਿੱਚ ਯੂਜ਼ ਕੀਤੇ ਹੋਏ ਉਹ ਵਰਡਸ ਹੁੰਦੇ ਨੇ ਜਿਹੜੇ ਇੱਕ ਲਾਈਨ ਔਰ ਦੂਜੀ ਲਾਈਨ ਔਰ ਤੀਸਰੀ ਲਾਈਨ ਔਰ ਚੌਥੀ ਲਾਈਨ ਦੇ ਵਿੱਚ ਸੇਮ ਵਰਡਸ ਉਸੇ ਤਰ੍ਹਾਂ ਰਾਈਮ ਕਰਦੇ ਨੇ। ਰਾਈਮ ਦਾ ਮਤਲਬ ਉਹ ਸੇਮ ਉਸੇ ਹੀ ਤਰ੍ਹਾਂ ਬੋਲਦੇ ਨੇ, ਉਹਨਾਂ ਦੀ ਆਵਾਜ਼ ਆਉਂਦੀ ਹੈ। ਉਹ ਜਿਹੜੀਆਂ ਸੀਕੁਐਂਸ ਆਫ ਵਰਡਸ ਦੇ ਵਿੱਚ ਕੋਈ ਵੀ ਸਾਊਂਡਸ ਨੇ, ਇੱਕ ਸਾਊਂਡ ਲੈ ਲਓ, ਡ ਸਾਊਂਡ ਹੈ, ਦ ਸਾਊਂਡ ਹੈ, ਐਡੀ ਸਾਊਂਡ ਹੈ, ਪੈਡੀ ਸਾਊਂਡ ਹੈ, ਇਹ ਸਾਊਂਡ ਹਰ ਲਾਈਨ ਦੇ ਵਿੱਚ ਉਸੇ ਹੀ ਤਰ੍ਹਾਂ ਆਏਗੀ। ਜਦੋਂ ਅਸੀਂ ਗਾਣੇ ਸੁਣਦੇ ਹਾਂ, ਜੇ ਆਪਾਂ ਪੋਇਟਰੀ ਸੁਣੀਏ, ਜੇ ਹਿੰਦੀ ਜਾਂ ਪੰਜਾਬੀ ਦੇ ਗਾਣੇ ਸੁਣੀਏ, ਤਾਂ ਉਹਨਾਂ ਦੀ ਜਿਹੜੀ ਪਹਿਲੀ ਲਾਈਨ ਦਾ ਆਖਰੀ ਸ਼ਬਦ ਹੁੰਦਾ ਹੈ ਉਹ ਅਗਲੀ ਲਾਈਨ ਦੇ ਆਖਰੀ ਸ਼ਬਦ ਦੇ ਨਾਲ ਜ਼ਰੂਰ ਰਾਈਮ ਕਰਦਾ ਹੈ। ਕਦੇ ਸੁਣਿਓ ਧਿਆਨ ਦੇ ਨਾਲ, ਇਹਨੂੰ ਹੀ ਐਲੀਟਰੇਸ਼ਨ ਕਿਹਾ ਜਾਂਦਾ ਹੈ। ਇਹਨੂੰ ਰਿਪੀਟ ਕੀਤਾ ਜਾਂਦਾ ਹੈ ਬਾਰ-ਬਾਰ ਤਾਂ ਕਿ ਉਹ ਇੱਕ ਸੁਰ ਜਾਂ ਪ੍ਰੋਪਰ ਤਰੀਕੇ ਨਾਲ ਉਸ ਦੇ ਵਿੱਚ ਸੱਜ ਜਾਵੇ, ਮਿਊਜ਼ਿਕ ਦੇ ਉੱਪਰ ਗਾਈ ਜਾ ਸਕੇ। ਨੈਕਸਟ ਜਿਹੜੀ ਟਰਮ ਹੈ ਉਹ ਹੈ ਐਸੋਨੈਂਸ। ਐਸੋਨੈਂਸ ਹੁੰਦਾ ਹੈ ਆਈਡੈਂਟੀਕਲ ਜਾਂ ਸਿਮਿਲਰ ਵੋਵਲ ਸਾਊਂਡਸ ਨੂੰ ਰਿਪੀਟ ਕਰਨਾ। ਜਿਵੇਂ ਡਿਫਰੈਂਟ ਕੌਨਸੋਨੈਂਟ ਸਾਊਂਡਸ ਹੈ ਜਾਂ ਡਿਫਰੈਂਟ ਵੋਵਲ ਸਾਊਂਡਸ ਹੈ। ਅੱਛਾ, ਵੋਵਲ ਕੀ ਹੁੰਦਾ ਹੈ? ਡੂ ਯੂ ਨੋ ਵਿਚ ਕਿਹੜੇ ਵੋਵਲਸ ਹੁੰਦੇ ਨੇ? ਏ ਈ ਆਈ ਓ ਯੂ, ਇਹ ਸਾਊਂਡਸ ਹੁੰਦੀਆਂ ਨੇ, ਏ ਈ ਆਈ ਓ ਯੂ, ਅਤੇ ਇਹ ਵੋਵਲ ਸਾਊਂਡਸ ਨੇ। ਅਤੇ ਜਦੋਂ ਇਹਨਾਂ ਨੂੰ ਰਿਪੀਟ ਕਰਦੇ ਹਾਂ, ਜਿਵੇਂ ਮੰਨ ਲਓ ਵਰਡਸ ਜਿਵੇਂ ਫੇਟ, ਕੇਵ, ਇਹ ਐਸੋਨੈਂਸ ਹੈ। ਐਸੋਨੈਂਸ ਸੈਪਟਰ, ਕਰਾਊਨ, ਮਸਟ ਟੰਬਲ ਡਾਊਨ, crown down, and in the dust be equal made with the poor crooked, scythe and spade, made spade। ਕੀਟਸ ਨੇ ਵੀ ਇਸ ਐਸੋਨੈਂਸ ਨੂੰ ਬਹੁਤ ਇਸਤੇਮਾਲ ਕੀਤਾ ਆਪਣੀਆਂ ਪੋਇਮਸ ਦੇ ਵਿੱਚ। ਜਿਵੇਂ ਉਹਦੀ ਓ ਟੂ ਅਗਰੇਸ਼ਨਨ ਪੋਇਮ ਹੈ, ਉਸ ਦੇ ਵਿੱਚ ਅਸੀਂ ਦਿਖਦਾ ਹੈ ਸਾਨੂੰ, thou still unravished bride of quietness, thou foster child of silence and slow time। ਬੜੇ ਵਰਡਸ, ਬੜੀਆਂ ਚੀਜ਼ਾਂ ਜਿਹੜੀਆਂ ਬਾਰ-ਬਾਰ ਰਿਪੀਟ ਹੁੰਦੀਆਂ ਨੇ, ਉਹਨਾਂ ਨੂੰ ਐਸੋਨੈਂਸ ਐਲੀਟਰੇਸ਼ਨ ਇਹ ਕਿਹਾ ਜਾਂਦਾ ਹੈ। ਇਮੇਜਰੀ ਕੀ ਹੁੰਦੀ ਹੈ? ਆਪਣੀ ਲਾਸਟ ਟਰਮ ਹੈ ਇਹ, ਇਮੇਜਰੀ। ਵਾਟ ਇਜ਼ ਇਮੇਜਰੀ? ਇਮੇਜਰੀ ਇਜ਼ ਦੀ ਐਕਚੁਅਲ ਲੈਂਗੁਏਜ ਦੈਟ ਅ ਰਾਈਟਰ ਯੂਜ਼ਸ ਟੂ ਕਨਵੇ ਅ ਵਿਜ਼ੂਅਲ ਪਿਕਚਰ। ਜਿਹੜੀ ਪਿਕਚਰ ਸਾਨੂੰ ਦਿਖਾਈ ਜਾਂਦੀ ਹੈ ਇੱਕ ਪੋਇਮ ਦੇ ਵਿੱਚ ਪੋਇਟ ਵੱਲੋਂ, ਇੱਕ ਕਵੀ ਹੈ, ਉਹ ਤੁਹਾਨੂੰ ਇੱਕ ਕਵਿਤਾ ਦੇ ਵਿੱਚ ਇੱਕ ਬੜੀ ਖੂਬਸੂਰਤ ਜਾਂ ਬੜੀ ਦੁਖਦਾਇਕ ਇੱਕ ਪਿਕਚਰ ਪ੍ਰੈਜ਼ੈਂਟ ਕਰਦਾ ਹੈ, ਉਸ ਨੂੰ ਇਮੇਜਰੀ ਕਿਹਾ ਜਾਂਦਾ ਹੈ। ਇਟ ਇਜ਼ ਦੀ ਸੈਂਟਰਲ ਕੰਪੋਨੈਂਟ ਆਫ ਆਲਮੋਸਟ ਆਲ imaginative literature and is often said to be the chief element in poetry. There are two major types of imagery, ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਲਿਟਰਲ ਹੁੰਦੀ ਹੈ, ਇੱਕ ਫਿਗਰੇਟਿਵ ਹੁੰਦੀ ਹੈ। ਲਿਟਰਲ ਇਮੇਜਰੀ ਹੈ ਜਿਹੜੀ ਉਹ ਡਿਸਕਰਾਈਬ ਕਰਦੀ ਹੈ ਤੁਹਾਨੂੰ ਲਿਟਰੇਰੀ ਵਰਡਸ ਦੇ ਰਾਹੀਂ, ਸ਼ਬਦਾਂ ਦੇ ਰਾਹੀਂ, ਅਤੇ ਜੋ ਉਹ ਦਿਖਾਉਣਾ ਚਾਹੁੰਦਾ ਹੈ ਆਪਣੇ ਰੀਡਰ ਨੂੰ, ਜਿਹੜਾ ਉਹਨੂੰ ਪੜ੍ਹ ਰਿਹਾ ਹੈ। ਪੋਇਟ ਜੋ ਦਿਖਾਉਣਾ ਚਾਹੁੰਦਾ ਹੈ ਉਹ ਆਪਣੀ ਉਸ ਕਵਿਤਾ ਦੇ ਵਿੱਚ ਉਹਦੀ ਐਗਜ਼ਿਸਟੈਂਸ ਲੈ ਕੇ ਆਉਂਦਾ ਹੈ, ਉਹ ਐਗਜ਼ਿਸਟ ਕਰਦੀ ਹੈ। ਫਿਰ ਉਹਨੂੰ ਅਸੀਂ ਪੜ੍ਹਦੇ ਹਾਂ ਅਤੇ ਸਾਡੇ ਮਾਈਂਡ ਦੇ ਵਿੱਚ ਵੀ ਉਹ ਐਗਜ਼ਿਸਟ ਕਰਦੀ ਹੈ। ਇਹ ਤੁਹਾਨੂੰ ਇਮੇਜਰੀ ਬਸ ਬਹੁਤ ਸਾਰੇ ਕਵੀਆਂ ਦੇ ਉਸ ਦੇ ਵਿੱਚ ਨਜ਼ਰ ਆਏਗੀ ਔਰ ਬਹੁਤ ਕਲੀਅਰਲੀ, ਵਿਵਿਡਲੀ ਤੁਹਾਨੂੰ ਇਹ ਦਿਖਾਈ ਜਾਂਦੀ ਹੈ, ਚਾਹੇ ਉਹ ਜਿਹੜੀ ਮਰਜ਼ੀ ਲੈਂਗੁਏਜ ਦੀ ਤੁਸੀਂ ਪੋਇਟਰੀ ਪੜ੍ਹ ਲਓ, ਉਹਦੇ ਵਿੱਚ ਤੁਹਾਨੂੰ ਉਹ ਦਿਖਦੀ ਹੈ। ਜਿਵੇਂ ਤੁਸੀਂ ਪੜ੍ਹੋਗੇ ਕੀਟਸ ਦੀ ਪੋਇਮ
ਜਿਵੇਂ ਆਟਮ ਹੈ, ਟੂ ਆਟਮ, ਉਸ ਦੇ ਵਿੱਚ D.H. ਲਾਰੈਂਸ ਦੀ ਪੋਇਮ ਹੈ ਫਿਸ਼, ਉਸ ਦੇ ਵਿੱਚ ਫਿਰ ਤੁਸੀਂ ਵਰਡਸਵਰਥ ਦੀ ਪੋਇਮ ਪੜ੍ਹੋਗੇ ਟੂ ਡੈਫੋਡਿਲਸ, ਉਹਦੇ ਵਿੱਚ ਸੋਲਿਟਰੀ ਰੀਪਰ ਪੜ੍ਹੋਗੇ, ਉਹਦੇ ਵਿੱਚ ਤੁਹਾਨੂੰ ਉਹ ਨਜ਼ਰ ਆਉਂਦਾ ਹੈ ਜੋ ਤੁਹਾਨੂੰ ਦਿਖਾ। ਸ਼ੇਕਸਪੀਅਰ ਜਦੋਂ ਪੜ੍ਹੋਗੇ ਉਹਦੀ ਜਿੰਨੀ ਪੋਇਟਰੀ ਹੈ ਉਸ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉਹ ਜੋ ਤੁਹਾਨੂੰ ਦਿਖਾ ਰਿਹਾ ਹੈ ਉਸ ਟਾਈਮ ਦਾ, ਉਸ ਜ਼ਮਾਨੇ ਦਾ, ਉਹ ਤੁਹਾਨੂੰ ਦਿਖਦਾ ਹੈ ਉਸ ਪੋਇਮ ਦੇ ਵਿੱਚ। ਇਹ ਕਿਵੇਂ ਪੋਸੀਬਲ ਹੈ? ਇਮੇਜਰੀ ਦੇ ਥਰੂ ਪੋਸੀਬਲ ਹੈ। ਲਿਟਰੇਚਰ ਇਮੇਜਸ ਦਾ ਹੀ ਇੱਕ ਰੂਪ ਹੈ। ਅਗਰ ਅਸੀਂ ਲਿਟਰੇਚਰ ਨੂੰ ਇਮੇਜਸ ਦੇ ਨਾਲ ਜੋੜ ਕੇ ਪੜ੍ਹਦੇ ਹਾਂ then we understand literature better. Any literature, it does not matter whether the literature is from Hindi language or from Punjabi or from Urdu or any other language that you can read. English ਹੈ ਉਹ ਵੀ, ਅਗਰ ਅਸੀਂ ਉਹਨੂੰ ਇਸ ਤਰ੍ਹਾਂ ਪੜ੍ਹਦੇ ਹਾਂ ਤਾਂ ਹੀ ਸਾਨੂੰ ਉਹਦੀਆਂ ਇਮੇਜਸ ਨਾਲ ਅਸੀਂ ਰੀਕਨਸਾਈਲ ਕਰਦੇ ਹਾਂ, ਇਮੇਜਸ ਨੂੰ ਸਮਝ ਸਕਦੇ ਹਾਂ। ਇਮੇਜਸ ਅਗਰ ਸਮਝ ਆ ਗਈਆਂ ਤਾਂ ਸਾਨੂੰ ਲਿਟਰੇਚਰ ਸਮਝ ਵੀ ਆਉਂਦਾ ਔਰ ਅੱਛਾ ਵੀ ਲੱਗਦਾ ਹੈ। ਜਿੰਨੀ ਵੀ ਲਿਟਰੇਚਰ ਦੇ ਵਿੱਚ ਜੋ ਵੀ ਚੀਜ਼ਾਂ ਲਿਖੀਆਂ ਹੁੰਦੀਆਂ ਨੇ, ਚਾਹੇ ਉਹ ਪੋਇਟਰੀ ਦੀ ਫੋਰਮ 'ਚ ਹੈ, ਚਾਹੇ ਉਹ ਸਟੋਰੀ ਦੀ ਫੋਰਮ 'ਚ ਹੈ, ਚਾਹੇ ਕੋਈ ਹੋਰ ਕਹਾਣੀਆਂ ਨੇ ਜਾਂ ਕੁਛ ਹੋਰ ਹੈ, ਜਾਂ ਨਾਵਲ ਹੈ, ਨਾਵਲਾ ਹੈ, ਤਾਂ ਉਹ ਸਾਰੇ ਦੇ ਸਾਰੇ ਦੇ ਸ਼ੋ ਯੂ ਇਮੇਜਸ। ਉਹ ਇਮੇਜਸ ਦੇ ਰਾਹੀਂ ਹੀ ਅਸੀਂ ਉਹਨੂੰ ਅੰਡਰਸਟੈਂਡ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਨੇ, ਮੈਂ ਤੁਹਾਨੂੰ ਜਿੰਨੀਆਂ ਵੀ ਫਲੂਐਂਸੀ ਇਨ ਇੰਗਲਿਸ਼ ਤੁਹਾਡੀ ਬੁੱਕ ਦੇ ਵਿੱਚੋਂ ਮੈਂ ਜਿੰਨੀਆਂ ਵੀ ਤੁਹਾਨੂੰ ਕਹਾਣੀਆਂ ਸੁਣਾਈਆਂ ਨੇ, ਪੋਇਟਰੀ ਸੁਣਾਈ ਹੈ, ਤਾਂ ਉਹ ਸਾਰੀਆਂ ਪੋਇਟਰੀ ਔਰ ਸਾਰੀਆਂ ਸਟੋਰੀਜ਼ ਦੇ ਆਪਾਂ ਹੁਣ ਕੁਐਸਚਨ ਆਨਸਰਸ ਸ਼ੁਰੂ ਕਰਾਂਗੇ। ਨੈਕਸਟ ਟਾਈਮ ਵਿਲ ਡੂ ਦ ਲੌਂਗ ਐਂਡ ਸ਼ਾਰਟ ਕੁਐਸਚਨ ਆਨਸਰਸ। ਥੈਂਕ ਯੂ ਬੇਟਾ।